मरत पयाल आकाश दिखायो, गुर सतगुरु कृपा धारी जियो। सो ब्रह्म अजूनी है पी होनी, घट पीतर देख मुरारी जियो। जन्म मरण कोए जग बपड़ो, इन दूजै भगति विसारी जियो। सतगुरु मिलै तां गुरमत पाईऐ, साकत बाजी हारी जियो। सतगुर बंधन तोड़ निरारे, बहुड़ न गर्भ मझारी जियो। नानक ज्ञान रतन परगासिया, हारि मन वसिया निरंकारी जियो। रव रया बनवारी घाट घाट, रव रया बनवारी रव रहया। कृपा करो सारी एकाग्रता विच आओ, सारे जुड़ो, सारे रसना पवित्र करो। बोलो फिर आप विचार समय अनुसार करिए जो गुरु पातशाह करवाते हैं। जुड़ो सारी रसना पवित्र करो। रव रया बनवारी घाट घाट, रव रया बनवारी रव रहया। जल थल महियल गुप्तो वर्ता, जल थल महियल गुप्तो वर्ता। गुर सबदी देख निहारी जियो, सबदी देख निहारी जियो। गुर सबदी देख घट घट रब रहया बनवारी, घट घट रब रहया बनवारी रब रहया बन। घट घट रब रहया बनवारी, घट घट रब रहया बनवारी रब रहया बन। गुरु बाबा जी के पावन चरणों में जुड़े हुए सत्संगी जनों, कृपा करोगे सारे मिल के प्यार नाल गज के फतेह बुलाइए। वाहिगुरू जी का खालसा, वाहिगुरू जी की फतेह। असी परसों शाम ਨੂੰ एक ओंकार ਦੇ ਸ਼ਬਦ ਤੇ ਵਿਚਾਰ ਕੀਤੀ, ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਫੰਡਾਮੈਂਟਲ ਬਿਲਕੁਲ ਮੁੱਢਲਾ ਵਚਨ ਹੈ। ਉਸੇ ਦੀ ਵਿਆਖਿਆ ਮੂਲ ਮੰਤਰ ਵਿੱਚ ਹੈ, ਉਸੇ ਦੀ ਵਿਆਖਿਆ ਜਪ ਵਿੱਚ ਹੈ, ਉਸੇ ਦੀ ਵਿਆਖਿਆ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਕਰਤਾਰ ਇੱਕ ਹੈ, ਤੁਹਾਨੂੰ ਯਾਦ ਹੋਏਗਾ ਅਖੀਰ ਤੇ ਅਸਾਂ ਨੇ ਇੱਥੇ ਆ ਕੇ ਵਿਚਾਰਾਂ ਨੂੰ ਸੰਕੋਚਿਆ ਸੀ। ਕਰਤਾਰ ਇੱਕ ਹੈ ਜੋ ਇੱਕ ਰਸ ਸਰਵ ਵਿਆਪਕ ਹੈ। ਚੇਤਾ ਰੱਖਣਾ, ਇਸ ਦਾ ਅਰਥ ਹੈ ਕਰਤਾਰ ਇੱਕ ਹੈ ਜੋ ਇੱਕ ਰਸ ਕੰਟੀਨਿਊਸਲੀ ਸਰਵ ਵਿਆਪਕ ਹੈ। ਇਨ ਬਿਟਵੀਨ ਜਿਹੜੀਆਂ ਵਿਚਾਰਾਂ ਨੇ ਬੜੀਆਂ ਬੇਅੰਤ ਵਿਚਾਰਾਂ ਨੇ। ਮੈਂ ਸ਼ਬਦ ਵਰਤਿਆ ਬੇਅੰਤ। ਤੁਸੀਂ ਕਹੋਗੇ ਬੇਅੰਤ ਦਾ ਕੀ ਅਰਥ ਹੋਇਆ? 2 4 10 100 ਜਾਂ ਵੱਧ ਘੱਟ ਆਖਿਆ ਜਾ ਸਕਦਾ? ਨਹੀਂ, ਵਾਹਿਗੁਰੂ ਜੀ ਨੇ ਉਹ ਆਪ ਬੇਅੰਤ ਨੇ। ਉਹਨਾਂ ਦੇ ਪੈਦਾ ਕੀਤੇ ਹੋਏ ਜੀਵ ਵੀ ਬੇਅੰਤ ਨੇ, ਬੁੱਧੀਵਾਨ ਬੇਅੰਤ ਨੇ। ਹਰ ਬੁੱਧੀ ਦੇ ਵਿੱਚ ਵਾਹਿਗੁਰੂ ਜੀ ਦੇ ਜੋ ਝਲਕਾਰੇ ਪੈਂਦੇ ਨੇ, ਵੱਖਰੇ ਝਲਕਾਰੇ ਪੈਂਦੇ ਨੇ, ਉਹ ਵੀ ਬੇਅੰਤ ਨੇ।
ਜਿਵੇਂ ਜਿਵੇਂ ਕੋਈ ਉਸ ਇੱਕ ਨੂੰ ਓੰਕਾਰ ਨੂੰ ਦੇਖਦਾ ਹੈ ਤਿਵੇਂ ਤਿਵੇਂ ਕੋਈ ਵਰਣਨ ਕਰਦਾ ਹੈ। ਜੇ ਮੈਂ ਇਉਂ ਕਹਿ ਲਵਾਂ ਤੇ ਪ੍ਰਵਾਨ ਕਰ ਲੈਣਾ, ਮੇਰਾ ਆਪਣਾ ਅਨੁਭਵ ਹੋ ਸਕਦਾ ਹੈ ਤੇ ਤੁਹਾਡਾ ਆਪਣਾ ਅਨੁਭਵ ਹੋ ਸਕਦਾ ਹੈ ਜਦ ਜੁੜ ਕੇ ਬੈਠੋਗੇ। ਇੱਕ ਓੰਕਾਰ ਵਿੱਚ ਕੋਈ ਤਬਦੀਲੀ ਨਹੀਂ, ਪਰ ਇੱਕ ਓੰਕਾਰ ਦਾ ਸਰੂਪ ਜਿਹੜਾ ਹੈ ਨਾ, ਉਹ ਸਮੇਂ ਸਮੇਂ ਤੁਹਾਡੇ ਅੰਦਰ ਕੁਝ ਹੋਰ ਆ ਸਕਦਾ ਹੈ, ਮੇਰੇ ਅੰਦਰ ਕੁਝ ਹੋਰ ਆ ਸਕਦਾ ਹੈ, ਪਰ ਜੋ ਵੀ ਹੈ ਕਰਤਾਰ ਇੱਕ ਹੈ, ਜੋ ਇੱਕ ਰਸ ਤੋਂ ਭਾਵ ਹੈ ਕੰਟੀਨਿਊਸਲੀ, ਲਗਾਤਾਰ, ਅਮੁੱਖ, ਅਤੁੱਟ, ਅਭੰਗ, ਇੱਕ ਰਸ ਸਰਬ ਵਿਆਪਕ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ, ਵਿਰਾਜਮਾਨ ਹੈ। ਅਸੀਂ ਪਰਸੋਂ ਸਮੇਂ ਦੇ ਨਾਲ ਵਿਚਾਰ ਕੀਤੀ ਕਿ ਪਹਿਲਾਂ ਵਿਆਪਕਤਾ ਮੰਨਿਆ ਜਾਂਦਾ ਸੀ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਲੇਕਿਨ ਕਿਸ ਰੂਪ 'ਚ ਮੰਨਿਆ ਜਾਂਦਾ ਸੀ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹੜੀ ਗੱਲ ਲਿਆਂਦੀ? ਫਰਦਰ ਥੋੜ੍ਹੀ ਜਿਹੀ ਆਪਾਂ ਨੂੰ ਸਮੇਂ ਨੂੰ ਮੁੱਖ ਰੱਖਦੇ ਹੋਏ ਵਿਚਾਰ ਕਰ ਲਈਏ, ਜਿਤਨਾ ਵੀ ਸਮਾਂ ਆਪਣੇ ਹਿੱਸੇ ਆਇਆ ਹੈ। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਵਿੱਚ ਆਖਿਆ, ਮਹਾਰਾਜ ਨੇ, ਮਰਤ ਭਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਮਰਤ ਕਹਿੰਦੇ ਨੇ ਮ੍ਰਿਤੂ ਲੋਕ, ਜਿੱਥੇ ਅਸੀਂ ਰਹਿੰਦੇ ਹਾਂ ਇਸ ਨੂੰ ਮ੍ਰਿਤੂ ਲੋਕ ਆਖਿਆ ਜਾਂਦਾ ਹੈ, ਮਰ ਜਾਣ ਵਾਲਾ ਲੋਕ, ਮਾਰਟਲ। ਇੱਥੇ ਕੁਝ ਵੀ ਇਮੋਰਟਲ ਨਹੀਂ ਹੈ। ਮਰਤ ਭਿਆਲ ਆਖਦੇ ਨੇ ਪਤਾਲ, ਜਿਹੜੀ ਇਸ ਧਰਤੀ ਦੇ ਥੱਲੇ ਹੈ, ਨੀਵੀਂ ਹੈ, ਇਸ ਤੋਂ ਹੈ ਵਿਦਵਾਨ ਵੱਖਰੀ ਵੱਖਰੀ ਫਿਰ ਗੱਲ ਜਿਹੜੀ ਹੈ ਨਾ ਉਸ ਨੂੰ ਸਾਹਮਣੇ ਲਿਆਉਂਦੇ ਨੇ। ਧਰਤੀ ਦੇ ਥੱਲੇ ਜੋ ਧਰਤੀ ਹੈ, ਆਕਾਸ਼ ਉਹ ਧਰਤੀ ਜਿਹੜੀ ਇਸ ਧਰਤੀ ਤੋਂ ਉੱਪਰ ਹੈ। ਹੁਣ ਜਿਹੜੀ ਉੱਪਰ ਦੀ ਬਾਤ ਹੈ ਉਹ ਪਲਾਨਟ ਦੀਆਂ ਵੀ ਗੱਲਾਂ ਆਖੀਆਂ ਜਾ ਸਕਦੀਆਂ, ਜਿਵੇਂ ਮੰਗਲ ਹੈ, ਸ਼ਨੀਚਰ ਹੈ, ਬੁੱਧ ਹੈ, ਬ੍ਰਹਸਪਤੀ ਹੈ, ਵਗੈਰਾ ਵਗੈਰਾ। ਕੁਝ ਐਸੀਆਂ ਧਰਤੀਆਂ ਵੀ ਨੇ ਜਿਹੜੀਆਂ ਇਸ ਧਰਤੀ ਤੋਂ ਉੱਤੇ ਧਰਤੀਆਂ ਨੇ। ਫਾਰ ਐਗਜ਼ਾਮਪਲ ਤੁਸੀਂ ਗਲੋਬ ਦੇਖਣਾ, ਐਵੇਂ ਨੇੜੇ ਜਿਹੀ ਦੀ ਗੱਲ ਹੈ, ਕੈਨੇਡਾ ਦੀ ਧਰਤੀ ਇੱਥੋਂ ਦੀ ਧਰਤੀ ਨਾਲੋਂ ਉੱਤੇ ਹੈ, ਭਾਰਤ ਦੀ ਧਰਤੀ ਇੱਥੋਂ ਨਾਲੋਂ, ਅਫਰੀਕਾ ਦੀ ਧਰਤੀ ਇੱਥੋਂ ਨਾਲੋਂ ਬਹੁਤ ਨੀਵੀਂ ਹੈ, ਥੱਲੇ ਹੈ। ਔਰ ਅਫਰੀਕਾ ਦੇ ਜਿਹੜਾ ਬਾਟਮ ਹੈ, ਜੇ ਤੁਸੀਂ ਦੇਖੋ ਤੇ ਧਰਤੀ ਕਿਤੇ ਚਲੀ ਜਾਂਦੀ ਹੈ। ਇਉਂ ਅਸੀਂ ਕਹਿ ਲਈਏ, ਲੇਕਿਨ ਸਤਿਗੁਰੂ ਕਹਿੰਦੇ ਨੇ ਧਰਤੀਆਂ ਦਾ ਜ਼ਿਕਰ ਕਰਨ ਤੋਂ ਭਾਵ ਹੈ ਇਹਨਾਂ ਧਰਤੀਆਂ ਦੇ ਵਿੱਚ ਰਹਿਣ ਵਾਲੇ ਸਾਰੇ ਜੀਵ। ਉਹਨਾਂ ਜੀਵਾਂ ਦੇ ਵਿੱਚ ਵੀ ਕਰਤਾਰ ਆਪ ਹੀ ਵਸਦਾ ਹੈ, ਹੋਰ ਨਹੀਂ ਕੋਈ ਵਸਦਾ। ਲੇਕਿਨ ਐਸਾ ਅਹਿਸਾਸ ਜਿਹੜਾ ਹੈ ਇਹ ਆਮ ਤੌਰ ਤੇ ਨਹੀਂ ਹੁੰਦਾ। ਹੋ ਸਕਦਾ ਗੋਰੇ ਸਮਝਣ ਵੀ ਸਾਡੇ 'ਚ ਵਸਦਾ ਤੇ ਕਾਲਿਆਂ ਵਿੱਚ ਨਹੀਂ ਵਸਦਾ। ਹੋ ਸਕਦਾ ਕਾਲੇ ਸਮਝਣ ਵੀ ਖੁਦਾ ਸਾਡੇ ਵਿੱਚ ਵਸਦਾ ਹੈ ਤੇ ਭੂਰਿਆਂ ਵਿੱਚ ਨਹੀਂ ਵਸਦਾ, ਬਰਾਊਨ ਪੀਪਲ ਦੇ ਵਿੱਚ ਨਹੀਂ ਵਸਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਭਰਮ ਹੈ। ਸਤਿਗੁਰ ਬੰਧਨ ਤੋੜ ਨਿਰਾਰੇ, ਸਤਿਗੁਰੂ ਜੀ ਮਹਾਰਾਜ ਇਹ ਸਾਰੇ ਬੰਧਨਾਂ ਨੂੰ ਤੋੜ ਕੇ ਤੇ ਨਿਰਾਲੇ ਕਰ ਦਿੰਦੇ ਨੇ। ਨਿਰਾਰੇ ਮੈਂ ਨਾ ਨਿਰਾਲੇ, ਬੰਧਨਾਂ ਤੋਂ ਆਜ਼ਾਦ ਕਰ ਦਿੱਤਾ। ਕਿਹੜੇ ਬੰਧਨਾਂ ਤੋਂ? ਨਾ ਰੰਗ ਦਾ ਬੰਧਨ, ਨਾ ਬੋਲੀ ਦਾ ਬੰਧਨ, ਨਾ ਦੇਸ਼ ਦਾ ਬੰਧਨ, ਨਾ ਕਿਸੇ ਪ੍ਰਕਾਰ ਦੀ ਵਿਚਾਰਧਾਰਾ ਦਾ ਬੰਧਨ। ਇਹ ਸਾਰੇ ਬੰਧਨ ਤੋੜ ਦਿੱਤੇ। ਸਾਰੇ ਬੰਧਨ ਸਤਿਗੁਰੂ ਮਹਾਰਾਜ ਤੋੜ ਦਿੰਦੇ ਨੇ। ਔਰ ਜਿਸ ਦੀ ਬਦੌਲਤ ਕੀ ਹੁੰਦਾ ਹੈ, ਬਹੁੜ ਨ ਗਰਭ ਮਝਾਰੀ ਜੀਓ, ਨਾਨਕ ਗਿਆਨ ਰਤਨ ਪ੍ਰਗਾਸਿਆ, ਹਰਿ ਮਨ ਵਸਿਆ ਨਿਰੰਕਾਰੀ ਜੀਓ। ਸਤਿਗੁਰੂ ਮਹਾਰਾਜ ਗੁਰਮਤਿ ਗਿਆਨ ਜੋ ਸਾਨੂੰ ਬਖਸ਼ਿਸ਼ ਕਰਦੇ ਨੇ, ਉਸ ਗਿਆਨ ਨੂੰ ਰਤਨ ਆਖਿਆ। ਰਤਨ ਮੈਨੂੰ ਐਂ ਧਿਆਨ ਜਿਹਾ ਆਉਂਦਾ ਹੈ ਕਿ ਕਦੀ ਅਸਾਂ ਨੇ ਨਾ ਰਤਨ ਸ਼ਬਦ ਦੀ ਵਿਆਖਿਆ ਕੀਤੀ ਸੀ ਲੰਬੀ ਚੌੜੀ, ਕਿ ਰਤਨ ਜੋ ਹੁੰਦਾ ਹੈ ਨਾ, ਡਾਇਮੰਡ, ਉਹ ਇਤਨਾ ਚਮਕਦਾਰ ਹੁੰਦਾ ਹੈ, ਪ੍ਰਕਾਸ਼ ਕਰਦਾ ਹੈ ਕਿ ਉਸ ਦੀ ਮੌਜੂਦਗੀ ਦੇ ਵਿੱਚ ਬਾਕੀ ਜਿਤਨੇ ਹੋਰ, ਜਿਵੇਂ ਆਪਾਂ ਲਾਈਟ ਕਈ ਰੂਪਾਂ ਦੇ ਵਿੱਚ ਲਾਈਟ ਕਰਦੇ ਹਾਂ ਕਮਰੇ ਵਿੱਚ, ਸਥਾਨ 'ਚ, ਸਾਰੀ ਲਾਈਟ ਫਿੱਕੀ ਪੈ ਜਾਂਦੀ ਹੈ। ਰਤਨ ਦਾ ਇਤਨਾ ਪ੍ਰਕਾਸ਼ ਹੁੰਦਾ ਹੈ।
और सतगुरु महाराज ज्ञान रूपी रतन रूपी ज्ञान का प्रकाश करते हैं। तो जिन्होंने हिरदियां दे विच प्रकाश हो जाता है उन्होंने हिरदियां विच फिर किसी प्रकार की मेर तेर नहीं रह जाती, कोई विथ नहीं रह जाती। उन्होंने हिरदियां दे विच फिर मन वसिया निरंकारी जी हो, केवल करतार ही नजर आता है। हुण मैं किहड़ियां गल्लां करां, किहड़ियां विचारां करां। ये ना गुरमत का एक मुढ़ला जिहा नेम है, मुढ़ला जिहा ओंकार मुढ़ला नेम है। बिल्कुल मुढ़ले नेम की ये मुढ़ली जी व्याख्या है। साडे गुरुद्वारा साहिबान दे विच जो कुछ चल रहा है, जो वर्तन विच है, वो सारा कुछ इस ते आधारित है। नहीं इस्त्री अते पुरुष दे विच इत्थे फर्क भाई इस्त्री वास्ते थां घट है तो पुरुषों वास्ते ज़्यादा है, या पुरुषों वास्ते घट है तो इस्त्रियों वास्ते ज़्यादा है, कोई बात नहीं। ना इत्थे उपदेश सतगुरां दा सुनन दा किसी प्रकार का बंधन है बई पुरुष सुन सकता है तो इस्त्री नहीं सुन सकती। इसे करके ना आने वाले समय में गुरु नानक साहब जी तो बाद भी इस गल नूं लैके कंटीन्यूसली चलिया गया कि गुरु नानक घर दे विच आउण लग्गिया इस्त्री नूं किसी प्रकार के विशेष परदे की लोड़ नहीं है। वो चेहरा ढक के आवे या सारा शरीर ढक के आवे कि उसकी पछाण ना हो सके कौन है, नहीं। एक चेता रखना, सिख बीबी पासों हमेशा सिर ढक के गुरु दरबार विच आउण दी आस है। केवल गुरु दरबार विच ही नहीं, साड़ी मर्यादा का हिस्सा है कि सिख बीबी दस्तार सजाए जां ना दोवें ठीक हैं, लेकिन सिर ढकिया जरूर होना चाहिए है। हुण यह गल नहीं कि गुरु दरबार विच ही ढकिया होना चाहिए तो बाहर सिर खिलरिया होया हो, ये नहीं है बात। खैर सिख भाइयों के वास्ते भी दस्तार सजाने का हुक्म किया है। साबत सूरत केसा तारी होना तो दस्तार सजानी, किसी होर प्रकार का परदा जो रखना उसनों मानता जी है वो नहीं दी गई। मैं कहन जा रहा सा गुरु दरबार विच ना तो इस्त्री पुरुष का जेंडर का कोई भेद है, फर्क है, डिफरेंस है, वितकरा है, बिल्कुल नहीं है। ना बोली का कोई फर्क है, ना किसी होर मत मजहब वाला कोई आ जाए। हाँ जी, असी सारिਆਂ ਨੂੰ ही प्यार करते हैं। ਇਹ जितने सज्जन आए सन सारे किते सिख सन, इन्होंने हुण सिक्खी मन लई है, हुण सिक्खी दे धारनी हो गए ने नहीं। असी कहांगे फिर भी असी उन्होंने सिरोपा दिते क्योंकि वो कौंसलर जनरल के नाल आए या कुछ ऐसी गल पोलीटिकली पोजीशन को ध्यान में रखते हैं सत्कार किया गया, ये भी गल ठीक है। पर दिन रात असी इत्थे देखते हैं बाकी मतां मजहबां के लोग आउंदे ने, सतगुरु महाराज किसी प्रकार का फर्क करते हैं। मैं तो सगों इयों देखिया है कि साढ़े इतना ध्यान रखते हैं भी अपने किसी को लंगर मिले तो भावें ना मिले उन्हें आप ही लै लेना। जो बाहरों आया ना उन्होंने मुड़ मुड़ के पूछणगे तैनूं कुछ होर चाहिए, कहना हेल्प यू, कहना हेल्प यू। इस तरह गुरु दरबार दे विच भी किसी को हटक वर्ज नहीं है किसी प्रकार की। हुण रंगां दी गल लै लईए, वखरे वखरे मुल्कां दे विच वखरियां वखरियां थावां ते जाके लोग जिवें भी विचरे ने वसदे ने, किसी प्रकार का कोई फर्क है किसी का? ये मुढ़ला एक नेम है सतगुरु गुरु नानक साहब सच्चे पातशाह जी ने थापिया, मुढ़ला नेम। असी अक्सर ही हमेशा याद करते रहते हैं, गुरु दरबार दे विच इसका जिक्र करते रहते हैं। इसलिए मैं वो समझांगा भी जदों असी ये अज का एक विशा लैके विचारन लगे तो मेरे शायद कई भाई समझन, भैणां समझन, ये नवीं गल किहड़ी ज्ञानी जी ने की है, इस तरह महसूस होगा। पर चेते रखना इस नियम के संस्थापक फाउंडर, इस नियम के सिक्खी मंडल दे विच सतगुरु महाराज गुरु नानक साहब ने, वो ने घट घट रव रहे आ बनवारे। मेरे ध्यान विच है सतगुरु महाराज गुरु नानक साहब जदों फस्ट टाइम
ਦਿੱਲੀ ਜਾਂਦੇ ਨੇ। ਨਾਨਕ ਪਿਆਓ, ਤੁਸੀਂ ਸਥਾਨ ਦਰਸ਼ਨ ਕੀਤੇ ਹੁਣ ਗੁਰਦੁਆਰਾ ਨਾਨਕ ਪਿਆਓ ਸਾਹਿਬ, ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਕੁਝ ਦਿਨ ਰੁਕ ਕੇ ਆਉਣ ਵਾਲੇ, ਲੰਘਣ ਟੱਪਣ ਵਾਲੇ, ਕਿਉਂਕਿ ਉਹ ਇੱਧਰ ਪੰਜਾਬ ਵਾਲੇ ਪਾਸੇ ਨੂੰ ਰਸਤਾ ਚੱਲਦਾ ਸੀ, ਵਹਿੰਦਾ ਸੀ, ਲੋਕ ਆਉਂਦੇ ਜਾਂਦੇ ਸਨ। ਉੱਥੇ ਜਲ ਦਾ ਘੜਾ ਰੱਖ ਕੇ ਜਲ ਛਕਾਉਂਦੇ ਰਹੇ, ਪਾਣੀ ਪਿਲਾਉਂਦੇ ਰਹੇ। ਉੱਥੇ ਕੋਲ ਖੂਹ ਸੀ ਤੇ ਪਿਆਓ ਹੋ ਗਿਆ। ਲੇਕਿਨ ਉੱਥੇ ਆਏ ਕਿਵੇਂ? ਮੈਂ ਉਸਦੇ ਪਿਛੋਕੜ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਸਾਡਾ ਇਤਿਹਾਸ ਲਿਖਦਾ ਹੈ, ਸਤਿਗੁਰੂ ਮਹਾਰਾਜ ਉਸ ਇਲਾਕੇ ਵਿੱਚ ਵਿਚਰ ਰਹੇ ਸਨ ਤੇ ਇੱਕ ਪਰਿਵਾਰ ਬੜਾ ਦੁਖੀ ਹੋਇਆ, ਇਸਤਰੀਆਂ ਤੇ ਬੱਚੇ ਰੋ ਰਹੇ ਸਨ। ਸਤਿਗੁਰੂ ਕਹਿਣ ਲੱਗੇ, ਕੀ ਗੱਲ ਹੈ, ਕਿਉਂ ਇਤਨੇ ਪਰੇਸ਼ਾਨ ਹੋ? ਉਹ ਕਹਿਣ ਲੱਗੇ, ਜੀ ਹਾਥੀ ਮਰ ਗਿਆ ਸਾਡਾ। ਤੇ ਇਹ ਮੁਹਾਵਤ ਦਾ ਕੰਮ ਕਰਦੇ ਸਨ, ਹਾਥੀ ਦੀ ਸੰਭਾਲ ਕਰਨ ਵਾਲਾ, ਹਾਥੀ ਨੂੰ ਚਲਾਉਣ ਵਾਲਾ, ਹਾਥੀ ਦਾ ਡਰਾਈਵਰ। ਮੁਹਾਵਤ, ਹਾਥੀ ਮਰ ਗਿਆ, ਸਾਡੀ ਰੋਟੀ ਖੁੱਸ ਗਈ, ਰੋਜ਼ੀ ਖੁੱਸ ਗਈ ਸਾਡੀ, ਇਸ ਕਰਕੇ ਪਰੇਸ਼ਾਨ। ਤੁਸੀਂ ਕਿਰਪਾ ਕਰੋ ਬਾਬਾ ਜੀ, ਹਾਥੀ ਨੂੰ ਜ਼ਿੰਦਾ ਕਰ ਦਿਓ। ਹੁਣ ਦੇਖੋ ਨਾ, ਹਰ ਇੱਕ ਦੀ ਆਪਣੀ ਆਪਣੀ ਲੋੜ ਹੁੰਦੀ ਹੈ। ਕੋਈ ਕੁਛ ਇੱਛਾ ਰੱਖ ਕੇ ਗੁਰੂ ਸਾਹਿਬ ਕੋਲ ਆਉਂਦਾ, ਕੋਈ ਕੁਛ ਇੱਛਾ ਰੱਖ ਕੇ ਆਉਂਦਾ ਹੈ। ਅਣਭੋਲ ਲੋਕ ਐਵੇਂ ਨਹੀਂ ਸਮਝਦੇ ਹੁੰਦੇ ਬਈ ਇਹ ਗੱਲ ਐਵੇਂ ਪੂਰੀ ਹੋ ਸਕਦੀ ਹੈ ਜਿਹੜੀ ਅਸੀਂ ਮੰਗਦੇ ਹਾਂ, ਜਾਂ ਉਹਨਾਂ ਨੂੰ ਪੂਰੀ ਕਰਨੀ ਚਾਹੀਦੀ ਹੈ ਜਿਹੜੀ ਅਸੀਂ ਡਿਮਾਂਡ ਕਰਦੇ ਹਾਂ। ਭੋਲੇ ਲੋਕ ਇਸ ਗੱਲ ਦਾ ਧਿਆਨ ਨਹੀਂ ਰੱਖਦੇ, ਆਪਣੀ ਲੋੜ ਅੱਗੇ ਰੱਖਦੇ ਨੇ। ਸਤਿਗੁਰੂ ਮਹਾਰਾਜ ਨੇ ਉਹਨਾਂ ਦੇ ਕੋਲ ਨਾ ਆਸਾ ਅਕਸਰ ਹੁੰਦਾ ਸੀ, ਸੋਟਾ ਲਗਾਇਆ, ਹਾਥੀ ਉੱਠ ਕੇ ਖੜਾ ਹੋ ਗਿਆ, ਚਰਚਾ ਤੁਰ ਪਈ। ਚਰਚਾ ਚੱਲਦੀ ਨਾ ਉਸ ਵੇਲੇ ਦਾ ਜਿਹੜਾ ਬਾਦਸ਼ਾਹ ਸੀ ਸਿਕੰਦਰ ਲੋਧੀ ਦੇ ਕੰਨਾਂ ਤੱਕ ਗੱਲ ਪਹੁੰਚੀ। ਤੇ ਗੱਲ ਪਹੁੰਚਣ ਦਾ ਕਾਰਨ ਇਹ ਸੀ ਕਿ ਸਿਕੰਦਰ ਦਾ ਇੱਕ ਮਨ ਚਾਹਾ ਜਿਹਾ, ਜਿਸ ਤੇ ਸਵਾਰੀ ਕਰਿਆ ਕਰਦਾ ਸੀ ਹਾਥੀ ਮਰ ਗਿਆ ਸੀ। ਕਿਸੇ ਨੇ ਆਖਿਆ ਵੀ ਇੱਥੇ ਇੱਕ ਸਾਧੂ ਆਇਆ ਪੰਜਾਬ ਤੋਂ, ਉਧਰੋਂ ਆਇਆ ਤੇ ਉਹ ਤਾਂ ਹਾਥੀ ਜਵਾ ਦਿੰਦਾ। ਗੁਰੂ ਸਾਹਿਬ ਨੂੰ ਸੱਦ ਲਿਆ ਗਿਆ, ਸੱਦ ਕੇ ਕਹਿਣ ਲੱਗੇ, ਹਾਥੀ ਜਵਾਓ ਤੁਸੀਂ ਸਾਡਾ। ਆਪਾਂ ਨਾ ਫਿਰ ਕਿਸੇ ਵੇਲੇ ਇਹ ਵਿਸਥਾਰ ਵਾਲੀ ਗੱਲ ਕਰਾਂਗੇ ਆਉਣ ਵਾਲੇ ਦਿਨਾਂ 'ਚ, ਗੁਰੂ ਪਾਤਸ਼ਾਹ ਕਿਰਪਾ ਕਰਨ। ਵੀ ਇਹ ਕੀ ਭੇਤ ਕੀ ਸੀ, ਸਤਿਗੁਰਾਂ ਦਾ ਇਨਕਾਰ ਕਰਨ ਤੋਂ ਕੀ ਭੇਤ ਸੀ? ਸਤਿਗੁਰਾਂ ਨੇ ਇਨਕਾਰ ਕੀਤਾ, ਜੀਆਂ ਮਾਰ ਜੀਵਾਲੇ ਸੋਈ ਅਵਰ ਨਾ ਕੋਈ ਰੱਖਾ। ਇਹ ਕੋਈ ਜਾਦੂਗਰੀ ਨਹੀਂ ਹੈ, ਇਹ ਕੋਈ ਮਦਾਰੀਆਂ ਵਾਲੀ ਗੱਲ ਨਹੀਂ ਹੈ, ਇਹ ਕਿਸੇ ਨੂੰ ਰਾਜ਼ੀ ਕਰਨ ਵਾਲੀ ਗੱਲ ਨਹੀਂ ਹੈ, ਕਿਸੇ ਦੀ ਨਾਰਾਜ਼ਗੀ ਦੀ ਪਰਵਾਹ ਕਰਨ ਵਾਲੀ ਗੱਲ ਨਹੀਂ ਹੈ। ਕਰਤਾਰੀ ਖੇਡ ਹੈ। ਉਹ ਇਸ ਗੱਲ ਤੇ ਖਫਾ ਹੋਇਆ, ਖਫਾ ਹੋ ਕੇ ਉਸਨੇ ਤੇ ਗੁਰੂ ਸਾਹਿਬ ਨੂੰ ਸਮੇਤ ਭਾਈ ਸਾਹਿਬ ਮਰਦਾਨਾ ਜੀ ਦੇ ਜੇਲ੍ਹ ਦੇ ਅੰਦਰ ਡੱਕ ਦਿੱਤਾ, ਜਿੱਥੇ ਹੋਰ ਫਕੀਰ ਵੀ ਸਨ, ਤੇ ਉਹਨਾਂ ਨੂੰ ਚੱਕੀ ਪੀਣ ਤੇ ਲਾ ਦਿੱਤਾ। ਔਰ ਉੱਥੇ ਵੀ ਫਿਰ ਇਸ ਪ੍ਰਕਾਰ ਦਾ ਇਹਨੇ ਇਹ ਕੌਤਕ ਵਰਤਿਆ। ਦੋ ਥਾਵਾਂ ਹੋਰ ਵੀ ਨੇ ਜਿੱਥੇ ਚੱਕੀ ਪੀਣ ਦੇ ਹਵਾਲੇ ਮਿਲਦੇ ਨੇ। ਸ਼ਾਇਦ ਹੁਣ ਸਮਾਂ ਬਣਿਆ ਤੇ ਆਪਾਂ ਦੂਜੀ ਗੱਲ ਵੀ ਵਿਚਾਰ ਲਈਏ, ਤੀਜੀ ਫਿਰ ਸਹੀ। ਚੱਕੀ ਪੀਣ ਤੇ ਲਾ ਦਿੱਤਾ। ਤੇ ਉਸ ਵੇਲੇ ਜਿਹੜੇ ਸੰਤ ਮਹਾਤਮਾ ਫਕੀਰ ਲੋਕ ਹੁੰਦੇ ਸਨ, ਉਹਨਾਂ ਨੂੰ ਸਜ਼ਾਵਾਂ ਇਸ ਪ੍ਰਕਾਰ ਦੀਆਂ ਦਿੰਦੇ ਸਨ। ਨਾ ਤਾਂ ਇਹਨਾਂ ਨੂੰ ਕੋਰੜੇ ਮਾਰੋ, ਨਾ ਇਹਨਾਂ ਨੂੰ ਹੋਰ ਕਿਸੇ ਪ੍ਰਕਾਰ ਦੀ ਸਜ਼ਾ ਦਿਓ, ਐਵੇਂ ਬਦ ਅਸੀਸ ਦੇਣਗੇ। ਇਹਨਾਂ ਨੂੰ ਆਟਾ ਪੀਣ ਤੇ ਨਾ ਚੱਕੀ ਪੀਣ ਤੇ ਲਾ ਦਿਓ। ਉਹਨਾਂ ਸਮੇਂ 'ਚ ਬੜੀ ਕਰੜੀ ਮੁਸ਼ੱਕਤ ਹੁੰਦੀ ਸੀ, ਬਹੁਤ ਜ਼ਿਆਦਾ। ਫੌਜਾਂ ਦੇ ਵਾਸਤੇ ਭੋਜਨ ਤਿਆਰ ਕਰਨ ਲਈ ਆਟਾ ਪੀਣਾ ਲਗਾ ਦਿੱਤਾ। ਲੇਕਿਨ ਛੇਤੀ ਹੀ ਬਾਦਸ਼ਾਹ ਨੂੰ ਪਤਾ ਲੱਗਾ ਕਿ ਇੱਥੇ ਇੱਕ ਮਹਾਤਮਾ ਬੈਠਾ ਹੈ, ਚੱਕੀ ਆਪਣੇ ਆਪ ਪਈ ਚੱਲਦੀ ਹੈ, ਤੇ ਮਹਾਤਮਾ ਤੇ ਉਹਦਾ ਸਾਥੀ ਉਹ ਤਾਂ ਕੁਛ ਗਾਈ ਜਾ ਰਹੇ ਨੇ। ਕਹਿੰਦੇ ਨੇ ਸਿਕੰਦਰ ਚੱਲ ਕੇ ਆਇਆ। ਗਿਆਨੀ ਗਿਆਨ ਸਿੰਘ ਜੀ ਹੋਣੀ ਤੇ ਹੋਰ ਸੱਜਣ ਲਿਖਦੇ ਨੇ, ਆਪਣੇ ਰਤਨ ਸਿੰਘ ਭੰਗੂ ਹੋਰਾਂ ਨੇ ਵੀ ਹਵਾਲਾ ਦਿੱਤਾ, ਸਿਕੰਦਰ ਖੁਦ ਚੱਲ ਕੇ ਆਇਆ। ਵੇਖ ਕੇ ਤੇ ਉੱਥੇ ਹੀ ਆਖਿਆ, ਮੈਨੂੰ ਤੁਸੀਂ ਮੁਆਫ ਕਰ ਦਿਓ, ਤੁਸੀਂ ਖੁਦਾ ਰਸੀਦਾ ਹੋ, ਰੱਬ ਨਾਲ ਤੁਸੀਂ ਮਿਲੇ ਹੋਏ ਹੋ, ਮੇਰੇ ਕੋਲੋਂ ਭੁੱਲ ਹੋਈ ਹੈ, ਮੈਂ ਤੁਹਾਨੂੰ ਪਛਾਣ ਨਹੀਂ ਸਕਿਆ, ਤੁਸੀਂ ਕਿਰਪਾ ਕਰੋ ਮੇਰੇ ਲਈ ਕੋਈ ਖਿਦਮਤ ਦੱਸੋ, ਕੋਈ ਸੇਵਾ ਦੱਸੋ। ਖਿਦਮਤ ਮੰਗੀ ਉਸਨੇ।
ਗੁਰੂ ਸਾਹਿਬ ਕਹਿੰਦੇ ਨੇ ਪਹਿਲੀ ਖਿਦਮਤ ਤਾਂ ਇਹ ਹੈ ਕਿ ਆ ਜਿਹੜੇ ਸਾਡੇ ਨਾਲ ਹੋਰ ਫਕੀਰ ਤੇ ਸਾਧੂ ਅੰਦਰ ਡੱਕੇ ਹੋਏ ਨੇ ਨਾ, ਇਹਨਾਂ ਸਾਰਿਆਂ ਨੂੰ ਫਰੀ ਕਰੋ। ਇਹਨਾਂ ਫਕੀਰਾਂ ਸਾਧੂਆਂ ਤੋਂ ਇਲਾਵਾ ਹੋਰ ਵੀ ਜਿਹੜੇ ਲੋਕ ਨਿਰਦੋਸ਼ ਅੰਦਰ ਕੀਤੇ ਹੋਏ ਨੇ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਸਿਕੰਦਰ ਨੇ ਆਪਣੀ ਦਲੀਲ ਦਿੱਤੀ, ਅਸੀਂ ਇਹਨਾਂ ਨੂੰ ਫੜਿਆ ਹੋਇਆ ਹੈ ਜਿਨ੍ਹਾਂ ਦੇ ਵਿੱਚ ਕੋਈ ਅਜ਼ਮਤ ਨਹੀਂ, ਕੋਈ ਸ਼ਕਤੀ ਨਹੀਂ, ਕੋਈ ਰੂਹਾਨੀਅਤ ਵਾਲੀ ਗੱਲ ਨਹੀਂ, ਅਸਾਂ ਨੇ ਵੇਖਿਆ ਪਰਖਿਆ ਹੈ, ਇਹ ਸਿਰਫ ਵਿਹਲੇ ਮੰਗ ਖਾਣਿਆਂ ਦੀ ਜਮਾਤ ਹੈ, ਇਸ ਲਈ ਇਹਨਾਂ ਨੂੰ ਅੰਦਰ ਕੀਤਾ ਹੋਇਆ ਹੈ। ਲੇਕਿਨ ਤੁਸੀਂ ਆਖਦੇ ਹੋ ਅਸੀਂ ਤੁਹਾਡਾ ਹੁਕਮ ਮੰਨਦੇ ਹਾਂ, ਸਾਰਿਆਂ ਨੂੰ ਛੱਡ ਦਿੱਤਾ। ਛੱਡਣ ਤੋਂ ਬਾਅਦ ਨਾ ਬਾਦਸ਼ਾਹ ਕਹਿਣ ਲੱਗਾ ਹੋਰ ਦੱਸੋ ਤੁਹਾਡੀ ਕੀ ਖਿਦਮਤ ਕੀਤੀ ਜਾਵੇ। ਬਾਦਸ਼ਾਹ ਕਹਿਣ ਲੱਗੇ ਸਾਨੂੰ ਕਿਸੇ ਪ੍ਰਕਾਰ ਦੀ ਖਿਦਮਤ ਦੀ ਜ਼ਰੂਰਤ ਨਹੀਂ, ਬਸ ਸਾਨੂੰ ਜਾਣ ਦੀ ਆਗਿਆ ਦਿੱਤੀ ਜਾਵੇ। ਉਹ ਤਾਂ ਖਿਦਮਤ ਪੁੱਛ ਰਿਹਾ ਸੀ ਤੇ ਜਾਣ ਤੋਂ ਕਿਹਨੇ ਰੋਕਣਾ ਸੀ। ਸਤਿਗੁਰੂ ਮਹਾਰਾਜ ਉੱਥੋਂ ਨਿਕਲ ਕੇ ਤੇ ਜਿਹੜਾ ਨਾਨਕ ਪਿਆਓ ਸਾਹਿਬ ਹੈ, ਗੁਰਦੁਆਰਾ ਨਾਨਕ ਪਿਆਓ ਸਾਹਿਬ, ਫਿਰ ਉੱਥੇ ਆ ਕੇ ਠਹਿਰੇ। ਉੱਥੇ ਠਹਿਰ ਕੇ ਤੇ ਫਿਰ ਇਹ ਜਲ ਛਕਾਉਣ ਲੱਗੇ। ਮੈਂ ਇਤਿਹਾਸਕ ਹਵਾਲਾ ਦਿੰਦਿਆਂ ਹੋਇਆਂ ਮੈਂ ਪੁਆਇੰਟ ਆਊਟ ਤੁਹਾਡੇ ਸਾਹਮਣੇ ਕਰਨਾ ਚਾਹੁੰਦਾ, ਕਿਹਨਾਂ ਦੇ ਵਾਸਤੇ ਸਤਿਗੁਰਾਂ ਨੇ ਆਖਿਆ। ਸਿਕੰਦਰ ਤੇ ਉਸ ਦਾ ਬਾਪ ਬਹਿਲੋਲ ਲੋਧੀ ਇਤਨੇ ਜ਼ਾਲਮ ਕਿਸਮ ਦੇ ਵਿਅਕਤੀ ਸਨ, ਇੰਨੇ ਜਾਬਰ ਸਨ। ਅਸੀਂ ਔਰੰਗਜ਼ੇਬ ਦੀ ਗੱਲ ਕਰਦੇ ਹਾਂ, ਮਹਿਮੂਦ ਗਜ਼ਨਵੀ ਦੀ ਅਸੀਂ ਗੱਲ ਕਰਦੇ ਹਾਂ, ਲੇਕਿਨ ਸਿਕੰਦਰ ਤੇ ਬਹਿਲੋਲ ਕਿਸੇ ਨਾਲੋਂ ਘੱਟ ਨਹੀਂ ਸਨ ਹੈਗੇ। ਜਿੱਥੇ ਕ੍ਰਿਸ਼ਨ ਜੀ, ਹਾਂਜੀ ਪਿਆਰ ਵਾਲੇ ਉਹਨਾਂ ਨੂੰ ਭਗਵਾਨ ਆਖਦੇ ਨੇ, ਭਗਵਾਨ ਕ੍ਰਿਸ਼ਨ ਜੀ ਦਾ ਜਿੱਥੇ ਜਨਮ ਹੋਇਆ ਮਥੁਰਾ, ਉਸ ਦਾ ਮੰਦਰ ਇਸ ਬੰਦੇ ਨੇ ਆਪ ਜਾ ਕੇ ਖੜੋ ਕੇ ਪਵਾਇਆ, ਜਨਮ ਸਥਾਨ। ਅਸੀਂ ਅਹਿਸਾਸ ਕਰ ਸਕਦੇ ਹਾਂ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਬਾਬਤ ਕੋਈ ਵੀ ਹਾਕਮ ਇਹੋ ਜਿਹੀ ਹਰਕਤ ਕਰੇ ਤੇ ਕਿਤਨੀ ਕੋਝੀ ਹੋਵੇਗੀ। ਇੰਦਰਾ ਗਾਂਧੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਤੇ ਜਿਹੜਾ ਵਰਤਾਰਾ ਵਰਤਾਇਆ, ਅਸੀਂ ਭੁੱਲ ਗਏ ਹਾਂ? ਕਦੀ ਭੁੱਲ ਸਕਾਂਗੇ? ਨਹੀਂ ਭੁੱਲਿਆ ਜਾ ਸਕਦਾ। ਧਰਮ ਸਥਾਨ ਦੇ ਬਾਬਤ ਇਸ ਪ੍ਰਕਾਰ ਦੀ ਤਬੀਅਤ ਰੱਖਣੀ ਕਿਸੇ ਹੁਕਮਰਾਨ ਦੇ ਵੱਲੋਂ ਬਹੁਤ ਭੈੜੀ ਹੈ, ਬੜੀ ਕਮਜ਼ੋਰ ਹੈ, ਬਹੁਤ ਕਮਜ਼ੋਰ। ਤੁਸੀਂ ਬੰਦਿਆਂ ਨਾਲ ਗੱਲ ਕਰੋ, ਲੋਕਾਂ ਨਾਲ ਗੱਲ ਕਰੋ, ਜੋ ਤੁਹਾਡਾ ਸਰਕਾਰਾਂ ਦਾ ਵਤੀਰਾ ਹੈ ਤੁਸੀਂ ਵਰਤਾ ਲਵੋ, ਲੇਕਿਨ ਤੁਸੀਂ ਧਰਮ ਸਥਾਨ ਢਾਉਣ ਵਾਸਤੇ ਤੁਰ ਪਵੋ। ਬੜੇ ਜ਼ਾਲਮ ਸਨ ਇਹ ਲੋਕ। ਉਸ ਤੋਂ ਬਾਅਦ ਵਿੱਚ ਉਸ ਦਾ ਬੇਟਾ ਵੀ ਇਬਰਾਹਿਮ ਲੋਧੀ ਆਇਆ, ਔਰ ਇਬਰਾਹਿਮ ਵੀ ਘੱਟ ਨਹੀਂ ਸੀ ਆਇਆ। ਖੈਰ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ ਅਸਲ ਵਿੱਚ ਮੈਂ ਇੱਕ ਗੱਲ ਮਹਿਸੂਸ ਕਰਦਾ ਸੰਗਤ ਜੀ, ਗੁਰੂ ਸਾਹਿਬ ਨੂੰ ਕੋਈ ਪਕੜਨ ਵਾਲਾ ਹੈ ਨਹੀਂ ਸੀ। ਜੇ ਅੰਦਰ ਜਾ ਕੇ ਚੱਕੀ ਆਪਣੇ ਆਪ ਚਲਾ ਸਕਦੇ ਨੇ ਤੇ ਬਾਹਰੋਂ ਉਹਨਾਂ ਨੂੰ ਕੋਈ ਫੜ ਕੇ ਲਿਜਾਉਣ ਵਾਲਾ ਕੋਈ ਹੋ ਸਕਦਾ? ਜਾਂ ਹੋਰ ਕਿਤਨੀਆਂ ਸਾਰੀਆਂ ਜਿੰਨੀਆਂ ਜਿਹੜੇ ਹਵਾਲੇ ਮਿਲਦੇ ਨੇ, ਸਾਖੀਆਂ ਮਿਲਦੀਆਂ ਨੇ, ਜਿਵੇਂ ਅਸੀਂ ਪਰਸੋਂ ਜ਼ਿਕਰ ਕਰ ਰਹੇ ਸਾਂ, ਵਲੀ ਕੰਧਾਰੀ ਦਾ ਜ਼ਿਕਰ ਕਰ ਰਹੇ ਸਾਂ। ਸਤਿਗੁਰੂ ਆਪ ਉੱਥੇ ਆਏ, ਆਪ ਮਰਦਾਨਾ ਜੀ ਨੂੰ ਭੇਜਿਆ, 1 ਵਾਰ 2 ਵਾਰ 3 ਵਾਰ, ਆਪ ਉਹ ਜਲ ਦਾ ਚਸ਼ਮਾ ਕਿਰਪਾ ਕਰਕੇ ਉੱਥੇ ਜਾਰੀ ਕੀਤਾ। ਜਿਹੜੇ ਆਪ ਖੁਦ ਕਰ ਸਕਦੇ ਨੇ, ਕੋਈ ਕੰਧਾਰੀ ਉਹਨਾਂ ਤੇ ਪੱਥਰ ਰੋੜ ਸਕਦਾ ਸੀ? ਐਸਾ ਕੁਛ ਨਹੀਂ ਸੀ। ਹੁਣ ਬਗਦਾਦ ਦੀਆਂ ਗੱਲਾਂ ਅਸੀਂ ਅੱਜ ਨਹੀਂ ਕਰਦੇ, ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰਾਂਗੇ। ਜਦੋਂ ਸਤਿਗੁਰੂ ਭਾਈ ਸਾਹਿਬ ਗੁਰਦਾਸ ਜੀ ਹਵਾਲਾ ਦਿੰਦੇ ਨੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆਂ ਸਥਾਨਾਂ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਮਾਜ਼ ਕਰ, ਸੁਨ ਸਮਾਨ ਹੋਆ ਜਹਾਨਾ, ਸੁਨ ਮਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਸੁਨ ਮਨ ਨਗਰੀ ਹੁਣ ਤੋਂ ਕੀ ਭਾਵ ਹੈ? ਦਸਤਗੀਰ ਨੇ ਉੱਥੋਂ ਦੇ ਜਿਹੜਾ ਸੀ ਬੜਾ ਮੋਹਰੀ ਫਕੀਰ ਸੀ, ਬੜੀ ਮਾਨਤਾ ਵਾਲਾ ਸੀ, ਉਸ ਨੂੰ ਜਾ ਕੇ ਜਿਸ ਵੇਲੇ ਦੱਸਿਆ ਗਿਆ ਕਿ ਇੱਥੇ ਆਇਆ ਇੱਕ ਤੇ ਕਬਰਸਤਾਨ ਦੇ ਵਿੱਚ ਬੈਠ ਕੇ ਉਹ ਸੰਗੀਤ ਵਜਾ ਰਿਹਾ ਹੈ, ਤੇ ਦਸਤਗੀਰ ਕਹਿਣ ਲੱਗਾ ਉਹਨੂੰ ਜਾ ਕੇ ਦੱਸੋ।
ਜਦੋਂ ਪਤਾ ਲੱਗਾ ਨਾ ਹਿੰਦਵੀ ਫਕੀਰ ਆਏ, ਹਿੰਦੁਸਤਾਨ ਤੋਂ ਆਇਆ, ਹੁਣ ਦੱਸੋ ਬਈ ਇਸ ਇਸਲਾਮੀ ਧਰਤੀ ਤੇ ਕੀਰਤਨ ਕਰਨਾ, ਸੰਗੀਤ ਦੀ ਵਰਤੋਂ ਕਰਨੀ, ਹੁਣ ਕਹਿੰਦੇ ਜੀ ਸਰੋਦ ਮਨਾ ਹੈ। ਉਹ ਕਹਿੰਦੇ ਜੀ ਆ ਕੇ ਆਖਿਓ ਨੇ। ਸਤਿਗੁਰੂ ਕਹਿਣ ਲੱਗੇ ਹੁਣ ਆਪ ਹੀ ਆਵੇਗਾ ਤੇ ਫਿਰ ਅਸੀਂ ਬਚਨ ਕਰਾਂਗੇ ਉਸ ਦੇ ਨਾਲ। ਜਦ ਨੂੰ ਫਿਰ ਆ ਕੇ ਆਖਿਆ ਕਿਸੇ ਨੇ ਕਿ ਉਹ ਕੇਵਲ ਸਰੋਦ ਹੀ ਨਹੀਂ ਵਜਾਉਂਦੇ, ਉਹ ਕੁਝ ਹੋਰ ਵੀ ਐਸਾ ਆਖਦੇ ਨੇ ਜਿਹੜੇ ਇਸਲਾਮ ਦੇ ਅਨੁਕੂਲ ਨਹੀਂ ਹੈ, ਵਿਰੋਧ ਵਿੱਚ ਹੈ। ਜਿਵੇਂ ਅਸੀਂ ਹਵਾਲਾ ਦੇਨੇ ਪਤਾਲਾਂ ਪਤਾਲ ਲੱਖਾ ਗਾਸਾਂ ਗਾ ਸੋੜ ਕੋੜ ਗੋਪਾਲ ਤੱਕੇ, ਵੇਦ ਕਹਿਣ ਇੱਕ ਬਾਤ ਸਾਹ 18 ਕਹਿਣ ਕਤੇਬਾਂ ਅਸ਼ਮਿਕ ਧਾਤ। ਗੁਰੂ ਨਾਨਕ ਕਹਿੰਦੇ ਨੇ ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਆ ਹੈ। ਆਪੇ ਜਾਣਾ ਆਪ। ਜਦੋਂ ਇਹ ਗੱਲ ਆਖੀ ਨਾ ਤੇ ਫਿਰ ਦਸਤਗੀਰ ਆਪ ਉੱਠ ਕੇ ਆਉਂਦਾ ਤੇ ਇਸ਼ਾਰਾ ਕਰਦਾ ਹੈ ਮੇਰੇ ਆਉਣ ਤੋਂ ਪਹਿਲਾਂ ਉਸ ਨੂੰ ਸੰਗਸਾਰ ਕਰ ਦਿੱਤਾ ਜਾਵੇ। ਗੁਰੂ ਨਾਨਕ ਸਾਹਿਬ ਸੰਗ ਮੈਂ ਨਾ ਪੱਥਰ ਸੰਗਸਾਰ ਕਰਨ ਤੋਂ ਭਾਵ ਦਾ ਪੱਥਰ ਮਾਰ ਕੇ ਮਾਰਨਾ, ਸੰਗਸਾਰ ਕਰ ਦਿੱਤਾ ਜਾਵੇ। ਆਏ ਸਾਰੇ ਪੱਥਰ ਚੁੱਕ ਕੇ ਮਾਰਨ ਲੱਗੇ, ਜਿਉਂ ਹੀ ਬਾਹਾਂ ਉੱਤੇ ਚੁੱਕੀਆਂ, ਬਾਹਾਂ ਉੱਤੇ ਆਕੜੀਆਂ ਦੀਆਂ ਆਕੜੀਆਂ ਰਹਿ ਗਈਆਂ। ਪੱਥਰ ਜਿਹੜੇ ਸੀ ਹੱਥਾਂ ਦੇ ਨਾਲ ਚਿਮਟ ਗਏ। ਦਸਤਗੀਰ ਆਇਆ, ਉਹ ਬਿਟਰ ਤੱਕੀ ਜਾਵੇ, ਕਹਿ ਕੁਝ ਨਾ ਸਕੇ। ਫਿਰ ਆਖਿਆ ਬਾਬਾ ਜੀ ਛਿਮਾ ਕਰ ਦਿਓ, ਅਸੀਂ ਪਛਾਣਿਆ ਨਹੀਂ ਹੈ। ਰਿਲੀਜ਼ ਹੋਏ ਸਾਰੇ। ਮਦੀਨੇ ਵੀ ਐਵੇਂ ਹੋਇਆ ਹੈ, ਜਦੋਂ ਸਤਿਗੁਰੂ ਮਹਾਰਾਜ ਮੱਕੇ ਤੋਂ ਬਾਅਦ ਮਦੀਨੇ ਜਾਂਦੇ ਨੇ, ਮਦੀਨੇ ਵੀ ਐਵੇਂ ਹੋਇਆ ਹੈ। ਮੈਂ ਇਹ ਉਦਾਹਰਨਾਂ ਦੋ ਤੁਹਾਡੇ ਧਿਆਨ ਵਿੱਚ ਲਿਆਂਦੀਆਂ ਨੇ। ਜੇ ਬਾਅਦ ਵਿੱਚ ਬਾਹਾਂ ਆਕੜੀਆਂ ਰਹਿ ਸਕਦੀਆਂ ਨੇ, ਸਾਰਾ ਕੁਝ ਹੋ ਸਕਦਾ ਹੈ, ਤੇ ਸਤਿਗੁਰੂ ਮਹਾਰਾਜ ਕੁਝ ਹੋਰ ਨਹੀਂ ਕਰ ਸਕਦੇ ਸਨ। ਇੱਥੇ ਵਲੀ ਗੰਧਾਰੀ ਵਰਗਿਆਂ ਨੂੰ ਨਹੀਂ ਪਹਿਲਾਂ ਨਿਸਲ ਕਰ ਸਕਦੇ ਸਨ ਵੀ ਉਹ ਪੱਥਰ ਰੋੜਨ ਜੋਗਾ ਹੀ ਨਾ ਹੁੰਦਾ। ਮੇਰੀ ਦ੍ਰਿਸ਼ਟੀ ਵਿੱਚ ਨਾ ਸਤਿਗੁਰੂ ਸਭ ਕੁਝ ਕਰ ਸਕਦੇ ਸਨ, ਸਮਰੱਥ ਸਨ। ਔਰ ਫਿਰ ਇਹਨੇ ਕਿਉਂ ਕਰਦੇ ਸਨ? ਕੌਤਕ ਵਰਤਾਉਂਦੇ ਸਨ, ਜੁਗਤੀ ਨਾਲ ਚੱਲਦੇ ਸਨ। ਸਿਕੰਦਰ ਦੀ ਕੈਦ ਵਿੱਚ ਵੀ ਸਤਿਗੁਰੂ ਮਹਾਰਾਜ ਆਪ ਆਏ ਨੇ, ਉੱਥੇ ਗਏ ਨੇ ਸਿਰਫ ਉਹਨੂੰ ਸਿੱਧੇ ਰਾਹ ਪਾਉਣ ਦੇ ਵਾਸਤੇ, ਇਹਨਾਂ ਹਰਕਤਾਂ ਤੋਂ ਟਲ ਜਾਵੇ। ਔਰ ਜਦੋਂ ਉਹਨੇ ਆਖਿਆ ਨਾ, ਜਿਹੜਾ ਤੁਸੀਂ ਸਾਧੂਆਂ ਦੀ ਗੱਲ ਆਖੀ, ਫਕੀਰਾਂ ਦੀ ਗੱਲ ਆਖੀ, ਅਸੀਂ ਛੱਡ ਦਿੱਤੀ, ਜਿਹੜੇ ਤੁਸੀਂ ਨਿਰਦੋਸ਼ਾਂ ਦੀ ਗੱਲ, ਪਬਲਿਕ ਦੀ ਗੱਲ ਆਖ ਰਹੇ ਹੋ, ਇਹ ਰਾਜੇ ਦਾ ਤੇ ਪਬਲਿਕ ਦਾ, ਰਾਜੇ ਦਾ ਤੇ ਰਈਅਤ ਦਾ ਆਪਸ ਵਿੱਚ ਮਾਮਲਾ ਹੈ। ਔਰ ਇਹਨਾਂ ਵਿੱਚ ਤੁਹਾਡਾ ਕੋਈ ਹਿੰਦੂ ਨਹੀਂ ਡੱਕਿਆ ਹੋਇਆ। ਗੁਰੂ ਸਾਹਿਬ ਨੂੰ ਇਵੇਂ ਉਹ ਤਸੱਵਰ ਕਰਦੇ ਸਨ, ਪਹਿਲਾਂ ਸਮਝਦੇ ਸਨ। ਸਤਿਗੁਰਾਂ ਆਖਿਆ ਫਕੀਰ ਸਾਰੇ ਹਿੰਦੂ ਨੇ। ਫਕੀਰ ਸ਼ਬਦ, ਪੀਰ ਸ਼ਬਦ ਮੁਸਲਮਾਨਾਂ ਲਈ ਵਰਤਿਆ ਜਾਂਦਾ ਹੈ। ਸਾਧੂ ਸ਼ਬਦ ਭਾਰਤ ਵਿੱਚ ਵਰਤਣ ਵਾਲੇ, ਵਸਣ ਵਾਲੇ ਲੋਕਾਂ ਦੇ, ਮਹਾਤਮਾ ਲੋਕਾਂ ਲਈ ਵਰਤਿਆ ਜਾਂਦਾ ਹੈ। ਇਹਨਾਂ ਵਿੱਚ ਕੌਣ ਹੈ ਜੋ ਹਿੰਦੂ ਹੈ? ਅਸੀਂ ਤਾਂ ਉਹਨਾਂ ਨੂੰ ਛਡਾਇਆ। ਸਾਡੀ ਦ੍ਰਿਸ਼ਟੀ ਵਿੱਚ ਸਾਡਾ ਕੋਈ ਮਤਲਬ ਹਿੰਦੂ ਅਤੇ ਮੁਸਲਮਾਨ ਦਾ ਨਹੀਂ ਹੈ। ਸਾਡਾ ਮਤਲਬ ਹੈ ਜਿਹੜਾ ਨਿਰਦੋਸ਼ ਹੈ ਉਸ ਤੇ ਰਹਿਮ ਕੀਤਾ ਜਾਵੇ, ਉਸ ਨੂੰ ਸਜ਼ਾ ਨਾ ਦਿੱਤੀ ਜਾਵੇ। ਘੱਟ ਰੱਬ ਰਹੇ ਆ ਬਣਵਾਰੀ। ਸੰਗਤ ਜੀ, ਇਵੇਂ ਹੀ ਸਤਿਗੁਰੂ ਮਹਾਰਾਜ ਜਿਸ ਵੇਲੇ ਕਾਬਲ ਆਉਂਦੇ ਨੇ, ਪ੍ਰਭਾਤ ਹੁੰਦੀ ਹੈ, ਮਰਦਾਨਾ ਜੀ ਨਾਲ ਰਬਾਬ ਛੇੜਦੇ ਨੇ, ਤੇ ਸਤਿਗੁਰੂ ਉਸ ਸਥਾਨ ਤੇ ਬੈਠੇ ਆ ਕੇ ਜਿਹਨੂੰ ਬਾਬਰ ਦੀ ਆਰਾਮਗਾਹ ਆਖਿਆ ਜਾਂਦਾ ਸੀ, ਜਿੱਥੇ ਉਹ ਆਰਾਮ ਕਰਿਆ ਕਰਦਾ ਸੀ। ਭਾਈ ਸੁਰਵੀਰ ਸਿੰਘ, ਤੁਸੀਂ ਦੇਖਿਆ ਸਥਾਨ ਉਹ ਕਾਬਲ ਦਾ? ਨਹੀਂ ਮੌਕਾ ਬਣਿਆ? ਅੱਛਾ, ਇਹਨਾਂ ਨੇ ਸ਼ਾਇਦ ਦੇਖਿਆ, ਭਾਟੀਆ ਜੀ ਹੋਰ, ਗੁਲਾਟੀ ਜੀ ਹੋਰਾਂ ਨੇ ਸ਼ਾਇਦ ਇਹਨਾਂ ਦੇਖਿਆ ਹੋਵੇ। ਆਰਾਮਗਾਹ ਦੇ ਐਨ ਸਾਹਮਣੇ ਆ ਕੇ ਨਾ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਗਾਉਂਦੇ ਨੇ। ਔਰ ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਰੱਬ ਰੂਪ ਸਨ, ਮੈਂ ਆਖਾਂ ਵੀ ਉਹਨਾਂ ਦੀ ਆਵਾਜ਼ ਬੜੀ ਸੁਰੀਲੀ ਸੀ, ਬੜੀ ਰਸੀਲੀ ਸੀ। ਇਹ ਤਾਂ ਗੱਲਾਂ ਹੀ ਛੋਟੀਆਂ ਜੀਆਂ ਨੇ ਮੇਰੇ ਕਹਿਣ ਵਾਲੀਆਂ। ਮਰਦਾਨਾ ਜੀ ਨੂੰ ਰਬਾਬ ਛੇੜਨ ਲਈ ਕਹਿਣਾ ਵੀ ਐਸ ਰਾਗ ਦੇ ਵਿੱਚ ਤੁਸੀਂ ਰਬਾਬ ਛੇੜੋ, ਤੇ ਫਿਰ ਆਪ ਬੁਲੰਦ ਆਵਾਜ਼ ਦੇ ਵਿੱਚ ਗਾਇਨ ਕਰਨਾ। ਹੁਣ ਜਿਹੜੀ ਬੁਲੰਦ ਆਵਾਜ਼ ਹੈ ਨਾ, ਗਈ ਆਰਾਮਗਾਹ ਦੇ ਵਿੱਚ, ਬਾਬਰ ਬਾਹਰ ਨਿਕਲਿਆ,
अपने सिपाहियों को आख्या ये कौन गुस्ताख आ गया, महात्मा कोई फकीर आ गया कोई, रोको इसको। उन्होंने आए जिस वेले तो रोकया, गुरु साहब को तो रोकना ही रोकना सी ना। जो कोल आए तो किन्ने सारे होर फकीर जुड़ के बैठे हुए, तो उन्होंने रोकने का ढंग सी सारे फड़ो तो अंदर कर दो, जिमें अजकल की गल हैगी है पंजाब दे विच, सारे अंदर कर दो। तो अंदर करके की करो, चक्की पीण ते लाओ। मैं बेनती की है ना कि 3 वार गुरु नानक साहब जी के जीवन का हवाला मिलता चक्की पीण का। और इत्थे भी जो चक्की पीण वाली गल चली तो इत्थे भी उही चक्की चली जाती है। तो मरदाना जी तो सतगुरु सच्चे पातशाह कीर्तन करते पे सुनन ते फिर बाबर आप चल के आता है, उस दी आरामगाह तो उस दे सारा कुछ कैद खाना तो होर सारा कुछ आ गया। उत्थे आया वेख्या, मरदाना जी ने पूछया तुसी कौन हो, कित्थों आए हो? मरदाना जी कहते ने असी पंजाब तो आए हाँ, मैं मरदाना हाँ, इन्हां दा मैं रबाबी हाँ। ये कौन ने? ये नानक निरंकारी ने। निरंकारी कौन होंदे ने? जिहड़ा एक निरंकार दे नाल जुड़िया रहन वाला है, एक निरंकार दी गल करन वाला है, खुदा दी एक दी गल करन वाला है। ये की करते रहे हो अज तक तुसी? कहते मैं तो शुरू तो लैके रबाब ही बजाउंदा रहा, पर यह सुल्तानपुर दौलत खान लोधी दे कोल ये मोदी भी बने रहे। दौलत खान सुल्तानपुर लोधी वाला, हाँ। बाबर कहने लगा बाबा जी तुसी मेरे नाल आओ, मेरे महलों में आओ, मैं तुहाडे नाल कुछ गल करनी चाहता, गुफ्तगू करना चाहता। हम देखना यह गल मैं कह के समाप्ति करते हैं, समा जो अपना हो गया है। सतगुरु कहने लगे तुहाडे नाल गल असी बाद विच करांगे, महलों में असी बाद विच चलांगे। आह जिहड़े साडे नाल तुसी फकीर डक दिते ने, अंदर कर दिते हैं, चक्कियां पीन ते ला दिते ने, पहला इन्हां नूं छड्डो, पहला इन्हां नूं रिहा करो, इन्हां दा की दोष है? बाबर कहने लगा छड्ड देंगे, मैं हुण लिखती हवालियां दे आधार पर कह रहा। सतगुरु कहने लगे छड्ड नहीं देंगे, इन्हां नूं पहलां छड्डो, फिर असीं महलां विच चलांगे। छड़ाया सारिਆਂ ने, रिहा करवाया सारिਆਂ ने, और रिहा करवाउण तो बाद फिर सतगुरु महाराज उस दे नाल उस दे महलां विच आउंदे ने। महलां विच आके फिर की गलबात हुंदी है, की बचन विलास आपस विच हुंदे ने, ये आपां फिर आउण वाले समय विच विचारन दा यतन करांगे। असीं सारिਆਂ ने ध्यान रखना, गल केवल कहण मात्र नहीं हुंदी, गल इंप्लीमेंट करन ते करदी हुंदी है, लागू करन ते हुंदी है। और इंप्लीमेंटेशन जिहड़ी हुंदी है वो सहज सुभाਅ नहीं हुंदी, उहदे वास्ते कुर्बानी देनी पैंदी है। समर्थ सतगुरु महाराज फिर हर कुर्बानी लई तैयार रहेंगे सन। असीं 6वें पातशाह दीयां गल्लां करदे हां, उन्हां दे सिखां दीयां गल्लां करदे हां, जस्सा सिंह आलूवालिया, रामगढ़िया, बाबा राम सिंह, होर नवाब कपूर सिंह, इतिहास दीयां गल्लां करदे हां कि ये सारे बंदी छोड़ सन, गुरु नानक बंदी छोड़ सन। उन्हां दे करके सारे बंदी छोड़ होए। बंदी छोड़ क्यों होए? क्योंकि वो इस ख्याल ते टिके हुए सन, रव रया बनवारी घट घट, रव रया बनवारी, रव रहया बन, रव रया बनवारी घट घट, रव रया बनवारी, रव रहया। समय मुख रखते हुए इन्नी कुछ सेवा प्रवान करो जे। भाई साहब जी होरी आ चुके ने, माड़ी योग साढ़े रंगीला साहब, भाई सरबजीत सिंह जी, भाई जसवीर सिंह जी, भाई फतेह सिंह जी बहुत प्यार नाल बड़े रस दे विच कीर्तन करिया करते हैं। आने वाले समय में सारे सरवण करिए। मैनूं जिवें कि मानयोग गुलाटी जी ने दस्सिया है, मैनूं शहीदां गुरुद्वारा साहब जाना होवेगा, कुछ मिनट की उत्थे हाज़री दी हुक्म होया है दर्शन करने वास्ते।
ਮੇਰੀ ਗੈਰ ਹਾਜ਼ਰੀ ਮਹਿਸੂਸ ਨਾ ਕਰਨਾ। ਤੁਹਾਡਾ ਧੰਨਵਾਦ ਸਭਨਾਂ ਦਾ, ਜੁੜ ਬੈਠਣ ਦਾ, ਮਾਇਕ ਤੌਰ ਤੇ ਸਤਿਕਾਰ ਕਰਨ ਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।